ਹੈਲੋ ਫਰੈਂਡਸ, ਹਾਈ-ਫਾਈ ਜੀਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6th ਕਲਾਸ ਦੀ ਬੁੱਕ ਦਾ ਜਿਓਗ੍ਰਾਫੀ ਵਾਲਾ ਪਾਰਟ ਕਵਰ ਕਰਵਾਉਣ ਜਾ ਰਿਹਾ। ਇਸ ਦਾ ਅਧਿਐਨ ਮੈਂ ਤੁਹਾਨੂੰ ਕੁਐਸਚਨ ਸੀਰੀਜ਼ ਰਾਹੀਂ ਕਰਵਾਵਾਂਗਾ, ਜਿਸ ਨਾਲ ਤੁਹਾਡੇ ਟਾਈਮ ਦੀ ਬਚਤ ਹੋਵੇਗੀ। ਇਹ ਵੀਡੀਓ ਮਾਸਟਰ ਕੇਡਰ, ETT ਸੈਕੰਡ ਐਗਜ਼ਾਮ, PSTET, CTET ਅਤੇ ਪੰਜਾਬ ਦੇ ਸਾਰੇ ਹੀ ਕੰਪੀਟੀਸ਼ਨ ਐਗਜ਼ਾਮ ਲਈ ਬਹੁਤ ਹੀ ਯੂਜ਼ਫੁਲ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਬੁੱਕ ਵਿੱਚੋਂ ਕੁਝ ਵੀ ਪੜ੍ਹਨ ਦੀ ਲੋੜ ਨਹੀਂ। ਐਗਜ਼ਾਮ ਵਿੱਚੋਂ ਜਿਓਗ੍ਰਾਫੀ ਦਾ ਕੋਈ ਵੀ ਕੁਐਸਚਨ ਬਾਹਰ ਨਹੀਂ ਜਾਵੇਗਾ, ਕਿਉਂਕਿ ਮੈਂ ਤੁਹਾਨੂੰ ਕਲਾਸ 6 ਤੋਂ ਲੈ ਕੇ ਹਾਈ ਲੈਵਲ ਤੱਕ ਸਾਰੀ ਜਿਓਗ੍ਰਾਫੀ ਕਵਰ ਕਰਵਾਵਾਂਗਾ। ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਹਾਂਜੀ, ਅੱਜ ਦੇ ਟੌਪਿਕ ਦਾ ਨਾਮ ਹੈਗਾ ਧਰਤੀ ਦੀਆਂ ਗਤੀਆਂ। ਪਹਿਲਾ ਕੁਐਸਚਨ, ਸੂਰਜ ਖੜਾ ਹੈ ਅਤੇ ਧਰਤੀ ਘੁੰਮਦੀ ਹੈ, ਇਹ ਕਥਨ ਕਿਹੜੇ ਵਿਗਿਆਨੀਆਂ ਨੇ ਦਿੱਤਾ? ਗੈਲੀਲੀਓ ਅਤੇ ਕੋਪਰਨਿਕਸ ਨੇ। ਹਾਂਜੀ, ਇਸ ਤੋਂ ਪਹਿਲਾਂ ਲੋਕਾਂ ਦਾ ਮੰਨਣਾ ਸੀ ਕਿ ਜਿਹੜੀ ਧਰਤੀ ਆ ਉਹ ਬ੍ਰਹਿਮੰਡ ਦਾ ਕੇਂਦਰ ਹੈ। ਸੂਰਜ ਅਤੇ ਹੋਰ ਜਿੰਨੇ ਵੀ ਗ੍ਰਹਿ ਆ ਉਹ ਧਰਤੀ ਦੇ ਆਲੇ ਦੁਆਲੇ ਚੱਕਰ ਲਾਉਂਦੇ ਹਨ। ਪਰ ਗੈਲੀਲੀਓ ਅਤੇ ਕੋਪਰਨਿਕਸ ਨੇ ਜਿਹੜੀ ਥਿਊਰੀ ਦਿੱਤੀ, ਇਹਨਾਂ ਦੇ ਅਕੋਰਡਿੰਗ ਕਿਹਾ ਗਿਆ ਕਿ ਜਿਹੜਾ ਸੂਰਜ ਹੈ ਉਹ ਬ੍ਰਹਿਮੰਡ ਦਾ ਕੇਂਦਰ ਹੈ ਅਤੇ ਹੋਰ ਜਿੰਨੇ ਵੀ ਗ੍ਰਹਿ ਆ ਉਹ ਸੂਰਜ ਦੇ ਆਲੇ ਦੁਆਲੇ ਹੀ ਚੱਕਰ ਕੱਟਦੇ ਹਨ। ਗੈਲੀਲੀਓ ਅਤੇ ਕੋਪਰਨਿਕਸ ਕਿਹੜੇ ਦੇਸ਼ਾਂ ਦੇ ਸਨ? ਜੀ, ਜਿਹੜਾ ਗੈਲੀਲੀਓ ਉਹ ਸੀਗਾ ਇਟਲੀ ਦਾ ਅਤੇ ਕੋਪਰਨਿਕਸ ਉਹ ਸੀਗਾ ਪੋਲੈਂਡ ਦਾ। ਹਾਂਜੀ, ਅਗਰ ਆਪਾਂ ਕੋਪਰਨਿਕਸ ਦੀ ਗੱਲ ਕਰੀਏ ਤਾਂ ਇਸ ਨੇ ਹੀ ਬ੍ਰਹਿਮੰਡ ਦੀ ਖੋਜ ਕੀਤੀ ਸੀ। ਧਰਤੀ ਦੀਆਂ ਕਿੰਨੀਆਂ ਗਤੀਆਂ ਹਨ? 2 ਗਤੀਆਂ ਹਨ। ਧਰਤੀ ਦੀਆਂ 2 ਗਤੀਆਂ ਕਿਹੜੀਆਂ ਹਨ? ਇੱਕ ਤਾਂ ਹੈਗੀ ਹੈ ਜੀ ਦੈਨਿਕ ਗਤੀ, ਦੂਜੀ ਹੈਗੀ ਆ ਵਾਰਸ਼ਿਕ ਗਤੀ। ਦੈਨਿਕ ਗਤੀ ਨਾਲ ਦਿਨ ਰਾਤ ਬਣਦੇ ਹਨ ਅਤੇ ਵਾਰਸ਼ਿਕ ਗਤੀ ਨਾਲ ਜਿਹੜੀਆਂ ਰੀਤੂਆਂ 'ਚ ਆਪਾਂ ਦੇਖਦੇ ਹਾਂ ਪਰਿਵਰਤਨ ਆਉਂਦਾ ਉਹ ਹੁੰਦਾ ਵਾਰਸ਼ਿਕ ਗਤੀ ਨਾਲ। ਧਰਤੀ ਦੀ ਦੈਨਿਕ ਗਤੀ ਕਿਹੜੀ ਹੈ? ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣਾ ਹੀ ਧਰਤੀ ਦੀ ਦੈਨਿਕ ਗਤੀ ਹੈ। ਧਰਤੀ ਆਪਣੇ ਧੁਰੇ 'ਤੇ ਕਿਸ ਦਿਸ਼ਾ ਵੱਲ ਘੁੰਮਦੀ ਹੈ? ਪੱਛਮ ਤੋਂ ਪੂਰਬ ਵੱਲ, ਜਿਹਦੇ ਨਾਲ ਜਿਹੜਾ ਸੂਰਜ ਹੈ ਉਹ ਪੂਰਬ ਵੱਲ ਚੜ੍ਹਦਾ ਹੈ। ਦਿਨ ਅਤੇ ਰਾਤ ਪ੍ਰਿਥਵੀ ਦੀ ਕਿਹੜੀ ਗਤੀ ਨਾਲ ਬਣਦੇ ਹਨ? ਦੈਨਿਕ ਗਤੀ ਨਾਲ ਬਣਦੇ ਹਨ। ਧਰਤੀ ਆਪਣੇ ਧੁਰੇ ਦੁਆਲੇ ਇੱਕ ਚੱਕਰ ਕਿੰਨੇ ਸਮੇਂ ਵਿੱਚ ਪੂਰਾ ਕਰਦੀ ਹੈ? ਇਹ ਕਰਦੀ ਹੈ ਜੀ ਲਗਭਗ 24 ਘੰਟਿਆਂ ਵਿੱਚ। ਪਰ ਆਪਾਂ ਐਕੂਰੇਟ ਟਾਈਮ ਦੀ ਗੱਲ ਕਰੀਏ ਤਾਂ ਉਹ ਹੈ 23 ਘੰਟੇ 56 ਮਿੰਟ ਅਤੇ 4 ਸੈਕਿੰਡ ਵਿੱਚ ਪੂਰਾ ਕਰਦੀ ਹੈ। ਧਰਤੀ ਦਾ ਧੁਰਾ ਕੀ ਹੈ? ਇੱਕ ਕਲਪਿਤ ਰੇਖਾ। ਧਰਤੀ ਦਾ ਧੁਰਾ ਕਿੱਥੋਂ ਦੀ ਲੰਘਦਾ ਹੈ? ਧਰਤੀ ਦੇ ਵਿਚਕਾਰੋਂ ਦੀ। ਧਰਤੀ ਦੇ ਧੁਰੇ ਦੇ ਕਿੰਨੇ ਸਿਰੇ ਹਨ? 2 ਸਿਰੇ ਹਨ, ਉੱਤਰੀ ਧਰੁਵ ਅਤੇ ਦੱਖਣੀ ਧਰੁਵ। ਹਾਂਜੀ, ਇਹ ਆਪਾਂ ਧੁਰਾ ਅੱਗੇ ਆਪਾਂ ਡਾਇਗਰਾਮ 'ਚ ਜਾ ਕੇ ਸਮਝਾਂਗੇ ਕਿ ਧੁਰਾ ਕੀ ਆ। ਧੁਰਾ ਆਪਣੇ ਸਮਕੋਣੀ ਧੁਰੇ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ ਹੈ? 23.5 ਡਿਗਰੀ। ਹਾਂਜੀ, ਅਗਰ ਆਪਾਂ ਧੁਰੇ ਦਾ ਆਪਣੇ ਸਮਕੋਣੀ ਧੁਰੇ ਨਾਲ ਗੱਲ ਕਰੀਏ ਤਾਂ ਇਹ 23.5 ਡਿਗਰੀ ਦਾ ਕੋਣ ਬਣਦਾ ਹੈ। ਅੱਗੇ ਆਪਾਂ ਡਾਇਗਰਾਮ ਜਾ ਕੇ ਸਮਝਦੇ ਹਾਂ ਇਸ ਨੂੰ। ਧੁਰਾ ਆਪਣੇ ਗ੍ਰਹਿ ਪੰਧ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ? ਇਹ ਬਣਾਉਂਦਾ ਜੀ 66 ਡਿਗਰੀ ਦਾ। ਹਾਂਜੀ, ਆਪਾਂ ਹੁਣ ਇਹਨੂੰ ਡਾਇਗਰਾਮ ਵਿੱਚ ਥੋੜ੍ਹਾ ਜਿਹਾ ਸਮਝਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਔਰੇਂਜ ਕਲਰ ਦੀ ਲਾਈਨ ਹੈ ਕਿ ਇਹੀ ਧੁਰਾ ਹੈਗਾ। ਹੁਣ ਇਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਇਹਦਾ ਉੱਪਰ ਵਾਲਾ ਪੋਲ ਹੈ ਇਹਨੂੰ ਤਾਂ ਕਹਿੰਦੇ ਆ ਜੀ ਉੱਤਰੀ ਧੁਰਾ, ਅਤੇ ਜਿਹੜਾ ਥੱਲੇ ਵਾਲਾ ਪੋਲ ਹੈ ਇਹਨੂੰ ਕਹਿੰਦੇ ਆ ਦੱਖਣੀ ਧੁਰਾ। ਹੁਣ ਆਪਾਂ ਗੱਲ ਕਰਦੇ ਹਾਂ, ਇਹਨਾਂ ਨੇ ਪਹਿਲਾਂ ਕਿਹਾ ਸੀ ਜਿਹੜਾ ਧੁਰਾ ਹੈ ਆਪਣੇ ਸਮਕੋਣੀ ਧੁਰੇ ਨਾਲ, ਯਾਨੀ ਕਿ ਇਹ ਹੈਗਾ ਸਮਕੋਣ ਯਾਨੀ 90 ਡਿਗਰੀ 'ਤੇ, ਕਿ ਇਹਦੇ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ ਹੈ? ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਕੋਣ ਬਣਿਆ ਹੋਇਆ ਕਿ ਇਹ 23.5 ਡਿਗਰੀ ਦਾ ਕੋਣ ਬਣਦਾ ਇੱਥੇ। ਫਿਰ ਇਹਨਾਂ ਨੇ ਦੂਜਾ ਕੁਐਸਚਨ ਕਿਹਾ ਸੀ ਜੀ ਜਿਹੜਾ ਧੁਰਾ ਹੈਗਾ, ਯਾਨੀ ਇਹ ਜਿਹੜਾ ਧੁਰਾ ਹੈ ਇਹ ਆਪਣੇ ਗ੍ਰਹਿ ਪੰਧ ਨਾਲ, ਯਾਨੀ ਗ੍ਰਹਿ ਪੰਧ ਇਹ ਆ, ਇਹਦੇ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ? ਇਹ ਬਣਾਉਂਦਾ ਜੀ 66 ਡਿਗਰੀ ਦਾ ਕੋਣ ਬਣਾਉਂਦਾ ਹੈ। ਸੂਰਜ ਦੁਆਲੇ ਘੁੰਮਦੇ ਸਮੇਂ ਧਰਤੀ ਦਾ ਪੰਧ ਕਿਹੋ ਜਿਹਾ ਹੁੰਦਾ ਹੈ? ਅੰਡਾਕਾਰ ਪੰਧ। ਤੁਸੀਂ ਦੇਖ ਸਕਦੇ ਹੋ ਜੀ ਇਮੇਜ ਵਿੱਚ ਕਿ ਜਿਹੜੀ ਧਰਤੀ ਆ ਸੂਰਜ ਦੇ ਆਲੇ ਦੁਆਲੇ ਅੰਡਾਕਾਰ ਪੰਧ ਉੱਤੇ ਚੱਕਰ ਲਾਉਂਦੀ ਹੈ। ਇਸ ਤੋਂ ਬਾਅਦ ਹੈ ਧਰਤੀ ਸੂਰਜ ਦੁਆਲੇ ਕਿਸ ਰਫ਼ਤਾਰ ਨਾਲ ਘੁੰਮਦੀ ਹੈ? 1 ਲੱਖ ਤੋਂ ਵੱਧ ਕਿਲੋਮੀਟਰ ਪ੍ਰਤੀ ਘੰਟਾ ਦੀ। ਸੂਰਜ ਧਰਤੀ ਤੋਂ ਕਿੰਨੇ ਕਰੋੜ ਕਿਲੋਮੀਟਰ ਦੂਰ ਹੈ? ਲਗਭਗ 15 ਕਰੋੜ ਕਿਲੋਮੀਟਰ। ਧਰਤੀ ਸੂਰਜ ਦੁਆਲੇ ਪਰਿਕਰਮਾ ਦੌਰਾਨ ਆਪਣੇ ਧੁਰੇ ਉੱਤੇ ਕਿੰਨੇ ਡਿਗਰੀ ਝੁਕੀ ਹੁੰਦੀ ਹੈ? 66 ਡਿਗਰੀ। ਉੱਤਰੀ ਧਰੁਵ 'ਤੇ ਕਦੋਂ ਤੋਂ ਕਦੋਂ ਤੱਕ ਦਿਨ ਹੁੰਦੇ ਹਨ? ਹਾਂਜੀ, ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਜਿਹੜਾ ਉੱਤਰੀ ਧਰੁਵ 'ਤੇ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਦਿਨ ਹੁੰਦੇ, ਯਾਨੀ ਕਿ 6 ਮਹੀਨੇ ਦਾ ਉੱਤਰੀ ਧਰੁਵ 'ਤੇ ਦਿਨ ਰਹਿੰਦਾ ਹੈ। 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਦਿਨ ਰਹਿੰਦਾ ਹੈ। ਹੁਣ ਆਪਾਂ ਇਹ ਤਾਂ ਗੱਲ ਸੀਗੀ ਜੀ ਉੱਤਰੀ ਧਰੁਵ ਦੀ। ਹੁਣ ਆਪਾਂ ਅੱਗੇ ਗੱਲ ਕਰੀਏ ਦੱਖਣੀ ਧਰੁਵ 'ਤੇ। ਜਿਹੜਾ ਦੱਖਣੀ ਧਰੁਵ ਆ ਉੱਥੇ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ, ਯਾਨੀ ਕਿ 6 ਮਹੀਨਿਆਂ ਦੀ ਉਸ ਟਾਈਮ ਰਾਤ ਰਹਿੰਦੀ ਹੈ। ਜਦੋਂ ਉੱਤਰੀ ਧਰੁਵ 'ਤੇ ਦਿਨ ਹੁੰਦਾ ਹੈ ਉਸ ਟਾਈਮ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਦੱਖਣੀ ਧਰੁਵ 'ਤੇ ਰਾਤ ਹੁੰਦੀ ਹੈ। ਦੱਖਣੀ ਧਰੁਵ 'ਤੇ ਕਦੋਂ ਤੋਂ ਕਦੋਂ ਤੱਕ ਦਿਨ ਹੁੰਦਾ ਹੈ?
ਹੁਣ ਗੱਲ ਕੀਤੀ ਗਈ ਜੀ ਦੱਖਣੀ ਧਰੁਵ ਦੀ। ਜਿਹੜਾ ਦੱਖਣੀ ਧਰੁਵ ਉੱਥੇ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਦਿਨ ਹੁੰਦਾ ਹੈ। ਇਹ ਤਾਂ ਸੀਗੀ ਦੱਖਣੀ ਧਰੁਵ ਦੀ ਗੱਲ। ਹੁਣ ਆਪਾਂ ਜੀ ਉੱਤਰੀ ਧਰੁਵ ਦੀ ਗੱਲ ਕਰੀਏ ਤਾਂ ਉੱਤਰੀ ਧਰੁਵ 'ਤੇ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਯਾਨੀ ਕਿ ਰਾਤ ਹੁੰਦੀ ਹੈ। ਜਦੋਂ ਇੱਥੇ 6 ਮਹੀਨਿਆਂ ਦਾ ਦਿਨ ਹੋਊਗਾ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ 6 ਮਹੀਨਿਆਂ ਦਾ ਦਿਨ ਹੋਊਗਾ, ਤਾਂ ਉਦੋਂ ਉੱਤਰੀ ਧਰੁਵ 'ਤੇ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ 6 ਮਹੀਨਿਆਂ ਦੀ ਰਾਤ ਹੋਊਗੀ। ਸੂਰਜ ਦੀਆਂ ਕਿਰਨਾਂ ਕਰਕ ਰੇਖਾ 'ਤੇ ਕਦੋਂ ਸਿੱਧੀਆਂ ਪੈਂਦੀਆਂ ਹਨ? 21 ਜੂਨ ਨੂੰ। ਹਾਂਜੀ, ਹੁਣ ਆਪਾਂ 21 ਜੂਨ ਬਾਰੇ ਕਈ ਗੱਲਾਂ ਕਰਾਂਗੇ ਕਿ ਇੱਕ ਤਾਂ ਜੀ 21 ਜੂਨ ਨੂੰ ਜਿਹੜੀ ਸੂਰਜ ਦੀਆਂ ਕਿਰਨਾਂ ਕਰਕ ਰੇਖਾ 'ਤੇ ਸਿੱਧੀਆਂ ਪੈਣਗੀਆਂ ਅਤੇ ਉਹਦੇ ਨਾਲ ਉੱਥੇ ਗਰਮੀ ਵੀ ਹੋਊਗੀ, ਅਤੇ ਇਸ ਦੇ ਨਾਲ ਹੀ 21 ਜੂਨ ਨੂੰ ਉੱਤਰੀ ਅਰਧ-ਗੋਲੇ ਵਿੱਚ ਸਭ ਤੋਂ ਵੱਡਾ ਦਿਨ ਹੋਊਗਾ, ਅਤੇ ਇਸ ਦਿਨ ਹੀ 21 ਜੂਨ ਨੂੰ ਹੀ ਉੱਤਰੀ ਅਰਧ-ਗੋਲੇ ਵਿੱਚ ਸਭ ਤੋਂ ਛੋਟੀ ਰਾਤ ਹੋਊਗੀ। ਇਹ ਤਾਂ ਸੀਗੀਆਂ ਜੀ ਉੱਤਰੀ ਅਰਧ-ਗੋਲੇ ਦੀਆਂ ਗੱਲਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਦੱਖਣੀ ਅਰਧ-ਗੋਲੇ ਦੀ। ਤਾਂ ਦੱਖਣੀ ਅਰਧ-ਗੋਲੇ ਵਿੱਚ 21 ਜੂਨ ਨੂੰ ਸਭ ਤੋਂ ਵੱਡੀ ਰਾਤ ਹੋਊਗੀ ਅਤੇ ਸਭ ਤੋਂ ਛੋਟਾ ਦਿਨ ਹੋਊਗਾ, ਇਹ ਹੋਊਗਾ ਦੱਖਣੀ ਅਰਧ-ਗੋਲੇ ਵਿੱਚ। ਸੂਰਜ ਦੀਆਂ ਕਿਰਨਾਂ ਮੱਕਰ ਰੇਖਾ 'ਤੇ ਕਦੋਂ ਸਿੱਧੀਆਂ ਪੈਂਦੀਆਂ ਹਨ? 22 ਦਸੰਬਰ ਨੂੰ। ਹਾਂਜੀ, ਜਦੋਂ ਸੂਰਜ ਦੀਆਂ ਕਿਰਨਾਂ 22 ਦਸੰਬਰ ਨੂੰ ਮੱਕਰ ਰੇਖਾ 'ਤੇ ਸਿੱਧੀਆਂ ਪੈਣਗੀਆਂ ਤਾਂ ਉੱਥੇ ਗਰਮੀ ਹੋਊਗੀ ਦੱਖਣੀ ਅਰਧ-ਗੋਲੇ ਵਿੱਚ, ਅਤੇ ਇਸ ਦਿਨ ਹੀ ਉੱਥੇ 22 ਦਸੰਬਰ ਨੂੰ ਹੀ ਸਭ ਤੋਂ ਵੱਡਾ ਦਿਨ ਹੋਊਗਾ ਅਤੇ ਸਭ ਤੋਂ ਛੋਟੀ ਰਾਤ ਹੋਊਗੀ। ਇਹ ਤਾਂ ਸੀਗੀਆਂ ਜੀ ਦੱਖਣੀ ਧਰੁਵ ਦੀਆਂ ਦੱਖਣੀ ਅਰਧ-ਗੋਲੇ ਦੀਆਂ। ਹੁਣ ਆਪਾਂ ਕਰ ਲਈਏ ਉੱਤਰੀ ਅਰਧ-ਗੋਲੇ ਦੀ ਗੱਲ ਕਰੀਏ ਤਾਂ 22 ਦਸੰਬਰ ਨੂੰ ਤੁਹਾਨੂੰ ਪਤਾ ਹੈ ਕਿ ਆਪਣੇ ਸਭ ਤੋਂ ਵੱਡੀ ਜ਼ਿਆਦਾ ਰਾਤ ਹੁੰਦੀ ਹੈ, ਯਾਨੀ ਆਪਣਾ ਜਿਹੜਾ ਇੰਡੀਆ ਭਾਰਤ ਹੈ ਇਹ ਆਉਂਦਾ ਹੈ ਉੱਤਰੀ ਅਰਧ-ਗੋਲੇ ਵਿੱਚ ਆਉਂਦਾ ਹੈ। ਤਾਂ ਇੱਥੇ ਇਸ ਟਾਈਮ ਕੀ ਹੁੰਦਾ? 22 ਦਸੰਬਰ ਨੂੰ ਸਭ ਤੋਂ ਵੱਡੀ ਰਾਤ ਹੁੰਦੀ ਹੈ ਅਤੇ 22 ਦਸੰਬਰ ਨੂੰ ਹੀ ਸਭ ਤੋਂ ਛੋਟਾ ਦਿਨ ਹੁੰਦਾ ਹੈ। ਪੂਰੇ ਸੰਸਾਰ ਵਿੱਚ ਦਿਨ ਅਤੇ ਰਾਤ ਦੀ ਲੰਬਾਈ ਕਦੋਂ ਬਰਾਬਰ ਹੁੰਦੀ ਹੈ? ਇਹ ਹੁੰਦੀ ਹੈ ਜੀ 21 ਮਾਰਚ ਅਤੇ 23 ਸਤੰਬਰ ਨੂੰ। ਹਾਂਜੀ, ਅੱਗੇ ਆਪਾਂ ਦੇਖਦੇ ਹਾਂ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਕਿਉਂ ਹੁੰਦੇ ਹਨ? ਕਿਉਂਕਿ ਇਹਨਾਂ ਦੋਹਾਂ ਦਿਨਾਂ ਨੂੰ ਕੋਈ ਵੀ ਧਰੁਵ ਸੂਰਜ ਵੱਲ ਨਹੀਂ ਝੁਕਿਆ ਹੁੰਦਾ। ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ 'ਤੇ ਸਿੱਧੀਆਂ ਪੈਂਦੀਆਂ ਹਨ। ਹਾਂਜੀ, ਜਦੋਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਯਾਨੀ 0 ਡਿਗਰੀ 'ਤੇ ਸਿੱਧੀਆਂ ਪੈਣਗੀਆਂ। ਤੁਸੀਂ ਦੇਖਿਆ ਜਿਹੜੀ ਕਰਕ ਰੇਖਾ ਹੈ ਇਹ 23.5 ਡਿਗਰੀ ਨਾਰਥ ਪੋਲ ਵੱਲ ਨੂੰ ਹੈ, ਯਾਨੀ ਕਿ ਉੱਤਰੀ ਅਰਧ-ਗੋਲੇ ਵਿੱਚ ਹੈ, ਅਤੇ ਜਿਹੜੀ 23.5 ਡਿਗਰੀ ਮੱਕਰ ਰੇਖਾ ਉਹ ਯਾਨੀ ਕਿ ਸਾਊਥ ਪੋਲ ਯਾਨੀ ਕਿ ਦੱਖਣੀ ਅਰਧ-ਗੋਲੇ ਵਿੱਚ ਹੈ। ਤਾਂ ਇੱਥੇ ਜਦੋਂ ਭੂ-ਮੱਧ ਰੇਖਾ 'ਤੇ ਕਿਰਨਾਂ ਪੈਣਗੀਆਂ ਤਾਂ ਜਿੰਨੀਆਂ ਭੂ-ਮੱਧ ਰੇਖਾ 'ਤੇ ਜਿੰਨੀਆਂ ਕਰਕ ਰੇਖਾ 'ਤੇ ਕਿਰਨਾਂ ਪੈਣਗੀਆਂ ਓਨੀਆਂ ਹੀ ਮੱਕਰ ਰੇਖਾ 'ਤੇ ਪੈਣਗੀਆਂ, ਕਿ ਜਿਹਦੇ ਨਾਲ ਕੀ ਹੋਊਗਾ ਜਿਹੜੀਆਂ ਕਿਰਨਾਂ ਜਦੋਂ ਬਰਾਬਰ ਪੈਣਗੀਆਂ ਉਹਦੇ ਨਾਲ ਜਿਹੜਾ ਦਿਨ ਅਤੇ ਰਾਤ ਦਾ ਸਮਾਂ ਉਹ ਬਰਾਬਰ ਹੋਊਗਾ, ਯਾਨੀ ਕਿ 12 ਘੰਟਿਆਂ ਦਾ ਦਿਨ ਅਤੇ 12 ਘੰਟਿਆਂ ਦੀ ਹੀ ਰਾਤ ਹੋਊਗੀ। ਵਿਸ਼ੁਵੀ ਤੋਂ ਕੀ ਭਾਵ ਹੈ? ਉਹ ਸਮਾਂ ਜਦੋਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਉੱਤੇ ਸਿੱਧੀਆਂ ਪੈਂਦੀਆਂ ਹਨ, ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਹਾਂਜੀ, ਜਦੋਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ 'ਤੇ ਸਿੱਧੀਆਂ ਪੈਣਗੀਆਂ ਉਹਦੇ ਨਾਲ ਦਿਨ ਰਾਤ ਬਰਾਬਰ ਹੋਣਗੇ, ਉਸ ਨੂੰ ਹੀ ਵਿਸ਼ੁਵੀ ਆਖਦੇ ਹਨ। ਰੁੱਤ ਤਬਦੀਲੀ ਧਰਤੀ ਦੀ ਕਿਹੜੀ ਗਤੀ ਕਰਕੇ ਹੁੰਦੀ ਹੈ? ਹਾਂਜੀ, ਜਿਹੜੀ ਰੁੱਤ ਦੀ ਤਬਦੀਲੀ ਇਹ ਧਰਤੀ ਦੀ ਵਾਰਸ਼ਿਕ ਗਤੀ ਕਰਕੇ ਹੁੰਦੀ ਹੈ। ਹਾਂਜੀ, ਤੁਸੀਂ ਦੇਖੋ ਜਿਵੇਂ 21 ਜੂਨ ਹੈ, 21 ਜੂਨ ਨੂੰ ਹੁਣ ਆਪਣੇ ਉੱਤਰੀ ਅਰਧ-ਗੋਲੇ ਵਿੱਚ ਫੁੱਲ ਗਰਮੀ ਹੋਊਗੀ, ਯਾਨੀ ਕਿ ਉਦੋਂ ਜਦੋਂ ਗਰਮੀ ਦਾ ਸਮਾਂ ਆਊਗਾ। ਫਿਰ ਇਸ ਤੋਂ ਬਾਅਦ 21 ਮਾਰਚ ਤੋਂ ਬਾਅਦ ਆਊ 23 ਸਤੰਬਰ, ਯਾਨੀ 23 ਸਤੰਬਰ ਨੂੰ ਉੱਤਰੀ ਅਰਧ-ਗੋਲੇ ਦੀ ਗੱਲ ਕਰੀਏ ਤਾਂ ਉਦੋਂ ਪਤਝੜ ਰੁੱਤ ਸ਼ੁਰੂ ਹੁੰਦੀ ਹੈ। ਫਿਰ ਇਸ ਤੋਂ ਬਾਅਦ ਗੱਲ ਕਰੀਏ ਆਪਾਂ 22 ਦਸੰਬਰ ਨੂੰ। 22 ਦਸੰਬਰ ਨੂੰ ਉੱਤਰੀ ਅਰਧ-ਗੋਲੇ ਵਿੱਚ ਕੀ ਹੋਊਗਾ? ਸਰਦੀਆਂ ਦਾ ਸਮਾਂ ਹੋਊਗਾ, ਯਾਨੀ ਕਿ 22 ਦਸੰਬਰ ਨੂੰ ਸਭ ਤੋਂ ਵੱਡੀ ਰਾਤ ਹੋਊਗੀ, ਸਭ ਤੋਂ ਛੋਟਾ ਦਿਨ ਹੋਊਗਾ। ਠੀਕ ਹੈ, ਉਦੋਂ ਸਰਦ ਰੁੱਤ ਦਾ ਸਮਾਂ ਹੋਊਗਾ 22 ਦਸੰਬਰ ਨੂੰ। ਫਿਰ ਆਪਾਂ ਗੱਲ ਕਰੀਏ ਜੀ 21 ਮਾਰਚ ਦੀ। 21 ਮਾਰਚ ਨੂੰ ਉੱਤਰੀ ਅਰਧ-ਗੋਲੇ ਵਿੱਚ ਕੀ ਹੋਊਗਾ? ਬਸੰਤ ਰੁੱਤ ਸ਼ੁਰੂ ਹੋਊਗੀ, ਯਾਨੀ ਕਿ ਦਿਨ ਅਤੇ ਰਾਤ ਉਦੋਂ ਬਰਾਬਰ ਹੋਣਗੇ, 12 ਘੰਟਿਆਂ ਦਾ ਦਿਨ ਅਤੇ 12 ਘੰਟਿਆਂ ਦੀ ਹੀ ਰਾਤ ਹੋਊਗੀ। ਯਾਨੀ ਇਹ ਜਿਹੜੀਆਂ ਰੁੱਤਾਂ ਦੀ ਤਬਦੀਲੀ ਇਹ ਧਰਤੀ ਦੀ ਵਾਰਸ਼ਿਕ ਗਤੀ ਕਰਕੇ ਹੁੰਦੀਆਂ ਹਨ। ਸੂਰਜ ਦੀਆਂ ਕਿਰਨਾਂ ਕਰਕ ਰੇਖਾ ਅਤੇ ਉਸ਼ਨਖੰਡੀ ਖੇਤਰ ਵਿੱਚ ਕਦੋਂ ਸਿੱਧੀਆਂ ਪੈਂਦੀਆਂ ਹਨ? 21 ਜੂਨ ਨੂੰ। ਉਸ਼ਣ ਆਇਨਾਤ ਕਿਸ ਨੂੰ ਆਖਦੇ ਹਨ? 21 ਜੂਨ ਨੂੰ ਜਦੋਂ ਸੂਰਜ ਦੀਆਂ ਕਿਰਨਾਂ ਕਰਕ ਰੇਖਾ 'ਤੇ ਸਿੱਧੀਆਂ ਪੈਂਦੀਆਂ ਨੇ ਉਸ ਨੂੰ ਆਖਦੇ ਹਨ। ਹਾਂਜੀ, ਜਦੋਂ ਸੂਰਜ ਦੀਆਂ ਕਿਰਨਾਂ ਕਰਕ ਰੇਖਾ 'ਤੇ ਸਿੱਧੀਆਂ ਪੈਣਗੀਆਂ ਉਸ ਨੂੰ ਉਸ਼ਣ ਆਇਨਾਤ ਆਖਾਂਗੇ, ਕਿਉਂਕਿ ਉਸ ਟਾਈਮ ਉੱਥੇ ਯਾਨੀ ਕਿ ਕਰਕ ਰੇਖਾ 'ਤੇ ਉੱਤਰੀ ਅਰਧ-ਗੋਲੇ ਵਿੱਚ ਗਰਮੀ ਦਾ ਸਮਾਂ ਹੁੰਦਾ, ਇਸ ਲਈ ਉਸ ਨੂੰ ਉਸ਼ਣ ਆਇਨਾਤ ਆਖਦੇ ਹਨ। ਕਿਸ ਸਥਿਤੀ ਵੇਲੇ ਦੱਖਣੀ ਧਰੁਵ ਸੂਰਜ ਵੱਲ ਝੁਕਿਆ ਹੋਵੇਗਾ? 22 ਦਸੰਬਰ ਦੀ ਸਥਿਤੀ ਨੂੰ। ਹਾਂਜੀ, ਜਦੋਂ 22 ਦਸੰਬਰ ਨੂੰ ਸੂਰਜ ਜਿਹੜਾ ਦੱਖਣੀ ਧੁਰ ਹੈ ਉਹ ਸੂਰਜ ਵੱਲ ਝੁਕਿਆ ਹੋਵੇਗਾ ਤਾਂ ਉੱਥੇ ਕੀ ਹੋਊਗਾ ਕਿ ਉੱਥੇ ਇੱਕ ਤਾਂ ਗਰਮੀ ਦਾ ਸਮਾਂ ਹੋਊਗਾ, ਦੂਜਾ ਉੱਥੇ ਸਭ ਤੋਂ ਵੱਡਾ ਦਿਨ ਹੋਊਗਾ, ਸਭ ਤੋਂ ਛੋਟੀ ਰਾਤ ਹੋਊਗੀ। ਇਹ ਤਾਂ ਜੀ ਸਾਰੀਆਂ ਗੱਲਾਂ ਸੀਗੀਆਂ ਦੱਖਣੀ ਅਰਧ-ਗੋਲੇ ਦੀਆਂ। ਹੁਣ ਆਪਾਂ ਗੱਲ ਕਰੀਏ ਉੱਤਰੀ ਅਰਧ-ਗੋਲੇ ਵਿੱਚ, ਤਾਂ ਉੱਤਰੀ ਅਰਧ-ਗੋਲੇ ਵਿੱਚ ਕੀ ਹੋਊਗਾ? 22 ਦਸੰਬਰ ਨੂੰ ਸਭ ਤੋਂ ਵੱਡੀ ਰਾਤ ਹੋਊਗੀ ਅਤੇ ਸਭ ਤੋਂ ਛੋਟਾ ਦਿਨ ਹੋਊਗਾ, ਅਤੇ ਆਪਣੇ ਇੱਥੇ ਸਰਦੀ ਦਾ ਸਮਾਂ ਹੋਊਗਾ। ਸ਼ੀਤ ਆਇਨਾਤ ਕਿਸ ਨੂੰ ਆਖਦੇ ਹਨ? 22 ਦਸੰਬਰ ਨੂੰ ਜਦੋਂ ਸੂਰਜ ਦੀਆਂ ਕਿਰਨਾਂ ਮੱਕਰ ਰੇਖਾ 'ਤੇ ਚਮਕਦਾ ਹੈ, ਯਾਨੀ ਕਿ ਜਦੋਂ ਸੂਰਜ ਜਿਹੜਾ ਉਦੋਂ ਦੱਖਣੀ ਅਰਧ-ਗੋਲੇ ਵਿੱਚ ਚੱਲ ਜਾਊਗਾ, ਠੀਕ ਹੈ, ਉੱਥੇ ਸੂਰਜ ਦੀਆਂ ਕਿਰਨਾਂ ਉਦੋਂ ਸਿੱਧੀਆਂ ਪੈਣਗੀਆਂ ਤਾਂ ਆਪਣੇ ਉਦੋਂ ਸਰਦੀ ਦਾ ਸਮਾਂ ਹੁੰਦਾ ਹੈ। ਠੀਕ ਹੈ, ਇਸ ਲਈ ਆਪਣੇ 22 ਦਸੰਬਰ ਨੂੰ ਸ਼ੀਤ ਆਇਨਾਤ ਆਖਿਆ ਜਾਂਦਾ, ਕਿਉਂਕਿ ਜਿਹੜਾ ਸੂਰਜ ਹੈ ਉਸ ਟਾਈਮ ਉੱਧਰ ਚੱਲ ਜਾਂਦਾ, ਉੱਧਰ ਜ਼ਿਆਦਾ ਗਰਮੀ ਹੁੰਦੀ ਹੈ, ਆਪਣੇ ਇੱਧਰ ਸਰਦੀ ਹੁੰਦੀ ਹੈ, ਇਸ ਲਈ ਇਸ ਨੂੰ ਆਖਿਆ ਜਾਂਦਾ ਹੈ ਸ਼ੀਤ ਆਇਨਾਤ।
25 ਦਸੰਬਰ ਨੂੰ ਉੱਤਰੀ ਅਰਧਗੋਲੇ ਵਿੱਚ ਕਿਹੜੀ ਰੁੱਤ ਹੁੰਦੀ ਹੈ? ਸਰਦੀ ਦੀ ਰੁੱਤ। ਕਿਹੜੇ ਦੇਸ਼ਾਂ ਵਿੱਚ ਗਰਮੀਆਂ ਦੀ ਰੁੱਤ ਵਿੱਚ ਕ੍ਰਿਸਮਸ ਮਨਾਈ ਜਾਂਦੀ ਹੈ? ਆਸਟ੍ਰੇਲੀਆ ਵਿੱਚ। ਹਾਂਜੀ, ਆਸਟ੍ਰੇਲੀਆ ਵਿੱਚ ਜਿਹੜੀ ਕ੍ਰਿਸਮਸ ਹੈ ਗਰਮੀਆਂ ਵਿੱਚ ਇਸ ਲਈ ਮਨਾਈ ਜਾਂਦੀ ਹੈ ਕਿਉਂਕਿ ਜਿਹੜਾ ਆਸਟ੍ਰੇਲੀਆ ਇਹ ਦੱਖਣੀ ਅਰਧਗੋਲੇ ਵਿੱਚ ਪੈਂਦਾ ਹੈ, ਜਿਸ ਦੇ ਨਾਲ ਉਸ ਸਮੇਂ ਕਿ ਜਿਹੜੀਆਂ ਯਾਨੀ ਕਿ 22 ਦਸੰਬਰ ਨੂੰ ਆਪਾਂ ਪਹਿਲਾਂ ਪੜ੍ਹਿਆ ਕਿ 22 ਦਸੰਬਰ ਨੂੰ ਜਿਹੜੀ ਸੂਰਜ ਜਿਹੜਾ ਦੱਖਣੀ ਧੁਰ ਹੈ ਉਹ ਸੂਰਜ ਵੱਲ ਝੁਕਿਆ ਹੁੰਦਾ ਹੈ, ਇਸ ਲਈ ਉੱਥੇ ਵੱਡੇ ਦਿਨ ਹੁੰਦੇ ਆ, ਗਰਮੀ ਦਾ ਸਮਾਂ ਹੁੰਦਾ ਹੈ। ਅਤੇ ਜਿਹੜਾ ਆਸਟ੍ਰੇਲੀਆ ਇਹ ਵੀ ਦੱਖਣੀ ਅਰਧਗੋਲੇ ਵਿੱਚ ਆਉਂਦਾ ਹੈ, ਜਿਸ ਦੇ ਨਾਲ ਉੱਥੇ ਗਰਮੀਆਂ ਵਿੱਚ ਮਨਾਇਆ ਜਾਂਦਾ ਹੈ। ਹੁਣ ਆਪਾਂ ਗੱਲ ਕਰੀਏ ਕਿ ਭਾਰਤ ਹੋਇਆ, ਇੰਗਲੈਂਡ ਹੋਇਆ, ਫਰਾਂਸ ਹੋਇਆ, ਜਰਮਨੀ ਹੋਇਆ, ਕਿ ਇਹਨਾਂ ਦੇਸ਼ਾਂ ਵਿੱਚ ਸਰਦੀਆਂ ਵਿੱਚ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਸਾਰੇ ਦੇਸ਼ ਹੈ ਇਹ ਉੱਤਰੀ ਅਰਧਗੋਲੇ ਵਿੱਚ ਆਉਂਦੇ ਨੇ ਕਿ ਉਸ ਟਾਈਮ ਜਿਹੜੇ ਆ ਸੂਰਜ ਤਾਂ ਮਕਰ ਰੇਖਾ 'ਤੇ ਚਮਕਦਾ ਹੁੰਦਾ ਅਤੇ ਕਰਕ ਰੇਖਾ 'ਤੇ ਉਸ ਟਾਈਮ ਸਰਦੀ ਦਾ ਸਮਾਂ ਹੁੰਦਾ, ਇਸ ਲਈ ਆਪਣੇ ਜਿਹੜੇ ਇਹਨਾਂ ਦੇਸ਼ਾਂ ਵਿੱਚ ਸਰਦੀ ਵਿੱਚ ਕ੍ਰਿਸਮਸ ਮਨਾਈ ਜਾਂਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ 21 ਮਾਰਚ ਨੂੰ ਉੱਤਰੀ ਅਰਧਗੋਲੇ ਵਿੱਚ ਕਿਹੜੀ ਰੁੱਤ ਹੁੰਦੀ ਹੈ? ਬਸੰਤ ਰੁੱਤ ਸ਼ੁਰੂ ਹੁੰਦੀ ਹੈ, ਇਸ ਨੂੰ ਬਸੰਤ ਵਿਸ਼ੂ ਵੀ ਆਖਦੇ ਹਨ। ਹਾਂਜੀ, 21 ਮਾਰਚ ਨੂੰ ਤੁਹਾਨੂੰ ਪਤਾ ਹੈ ਕਿ ਜਿਹੜੇ ਉੱਤਰੀ ਅਰਧਗੋਲੇ ਵਿੱਚ ਹੈ ਉਦੋਂ ਦਿਨ ਰਾਤ ਦਾ ਟਾਈਮ ਵੀ ਬਰਾਬਰ ਹੁੰਦਾ ਹੈ ਅਤੇ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਠੀਕ ਹੈ, ਅਤੇ ਹੁਣ 21 ਮਾਰਚ ਇਹ ਤਾਂ ਸੀਗੀਆਂ ਸਾਰੀਆਂ ਗੱਲਾਂ ਉੱਤਰੀ ਅਰਧਗੋਲੇ ਦੀਆਂ। ਹੁਣ ਆਪਾਂ ਗੱਲ ਕਰੀਏ ਦੱਖਣੀ ਅਰਧਗੋਲੇ 'ਚ। ਠੀਕ ਹੈ, ਹੁਣ ਦੱਖਣੀ ਅਰਧਗੋਲੇ ਵਿੱਚ 21 ਮਾਰਚ ਨੂੰ ਕੀ ਹੋਊਗਾ ਕਿ ਉੱਥੇ ਪਤਝੜ ਰੁੱਤ ਸ਼ੁਰੂ ਹੋ ਜੂਗੀ। ਠੀਕ ਹੈ, ਇਸ ਦੇ ਨਾਲ ਹੀ ਉੱਥੇ ਜਿਹੜੀ ਦਿਨ ਰਾਤ ਆ ਉਹ ਵੀ ਉਦੋਂ ਬਰਾਬਰ ਹੋਊਗੀ ਕਿਉਂਕਿ ਜਿਹੜਾ ਸੂਰਜ ਆ ਉਹ ਭੂ-ਮੱਧ ਰੇਖਾ 'ਤੇ ਸਿੱਧਾ ਪੈਂਦਾ ਹੈ, ਯਾਨੀ ਉਹਦੀਆਂ ਕਿਰਨਾਂ ਭੂ-ਮੱਧ ਰੇਖਾ 'ਤੇ ਸਿੱਧੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਗੱਲ ਕਰੀਏ 23 ਸਤੰਬਰ ਨੂੰ ਉੱਤਰੀ ਅਰਧਗੋਲੇ ਵਿੱਚ ਕਿਹੜੀ ਰੁੱਤ ਹੁੰਦੀ ਹੈ? ਹਾਂਜੀ, ਇਹ ਤਾਂ ਗੱਲ ਕੀਤੀ ਗਈ ਆ ਉੱਤਰੀ ਅਰਧਗੋਲੇ ਦੀ, ਯਾਨੀ 23 ਸਤੰਬਰ ਨੂੰ ਉੱਤਰੀ ਅਰਧਗੋਲੇ ਵਿੱਚ ਪਤਝੜ ਰੁੱਤ ਸ਼ੁਰੂ ਹੁੰਦੀ ਹੈ ਅਤੇ ਉਸ ਨੂੰ ਹੀ ਪਤਝੜ ਵਿਸ਼ੂ ਵੀ ਆਖਦੇ ਹਨ। ਹਾਂਜੀ, ਆਪਾਂ ਇਹ ਤਾਂ ਸੀਗੀ ਉੱਤਰੀ ਅਰਧਗੋਲੇ ਦੀ ਗੱਲ। ਠੀਕ ਹੈ, ਹੁਣ ਆਪਾਂ ਗੱਲ ਕਰੀਏ ਦੱਖਣੀ ਅਰਧਗੋਲੇ। ਤਾਂ 23 ਸਤੰਬਰ ਨੂੰ ਦੱਖਣੀ ਅਰਧਗੋਲੇ ਵਿੱਚ ਕੀ ਹੋਊਗਾ? ਉੱਥੇ ਬਸੰਤ ਰੁੱਤ ਸ਼ੁਰੂ ਹੋਊਗੀ, ਜਿਸ ਨੂੰ ਬਸੰਤ ਵਿਸ਼ੂ ਵੀ ਆਖਦੇ ਹਨ। ਜਦੋਂ ਆਪਣੇ ਉੱਤਰੀ ਅਰਧਗੋਲੇ ਵਿੱਚ ਬਸੰਤ ਰੁੱਤ ਹੁੰਦੀ ਹੈ ਉਦੋਂ ਹੀ ਉਹਨਾਂ ਦੇ ਯਾਨੀ ਕਿ ਦੱਖਣ ਅਰਧਗੋਲੇ ਵਾਲੇ ਜਿਹੜੇ ਦੇਸ਼ਾਂ ਦੇ ਲੋਕ ਆ ਉੱਥੇ ਪਤਝੜ ਰੁੱਤ ਸ਼ੁਰੂ ਹੁੰਦੀ ਹੈ। ਜਦੋਂ ਆਪਣੇ ਪਤਝੜ ਰੁੱਤ ਸ਼ੁਰੂ ਹੋਊਗੀ, ਯਾਨੀ ਕਿ ਜਦੋਂ ਆਪਣੇ 23 ਸਤੰਬਰ ਨੂੰ ਪਤਝੜ ਰੁੱਤ ਸ਼ੁਰੂ ਹੋਈ ਤਾਂ ਉਦੋਂ ਹੀ ਦੱਖਣੀ ਅਰਧਗੋਲੇ ਵਿੱਚ ਰਹਿਣ ਵਾਲੇ ਲੋਕਾਂ ਲਈ ਉੱਥੇ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਹਾਂਜੀ, ਆਪਾਂ ਥੋੜ੍ਹਾ ਜਿਹਾ ਡਾਇਗਰਾਮ ਵਿੱਚ ਸਮਝ ਲੈਂਦੇ ਹਾਂ। ਹਾਂਜੀ, ਜਿਹੜੀ ਸਿਚੁਏਸ਼ਨ ਧਰਤੀ ਦੀ 21 ਮਾਰਚ ਅਤੇ 23 ਸਤੰਬਰ, ਇਸ ਟਾਈਮ ਜਿਹੜਾ ਸੂਰਜ ਹੈ ਇਹ ਭੂ-ਮੱਧ ਰੇਖਾ 'ਤੇ ਸਿੱਧਾ ਚਮਕਦਾ ਹੈ, ਜਿਹਦੇ ਨਾਲ ਜਿਹੜੀਆਂ ਸੂਰਜ ਦੀਆਂ ਕਿਰਨਾਂ ਇਹ ਯਾਨੀ ਕਰਕ ਰੇਖਾ ਅਤੇ ਮਕਰ ਰੇਖਾ 'ਤੇ ਇਕੁਅਲ ਪੈਂਦੀਆਂ ਹਨ, ਜਿਹਦੇ ਨਾਲ ਕੀ ਹੁੰਦਾ ਦਿਨ ਰਾਤ ਬਰਾਬਰ ਹੁੰਦੇ, ਯਾਨੀ ਕਿ 12 ਘੰਟਿਆਂ ਦਿਨ ਅਤੇ 12 ਘੰਟਿਆਂ ਦੀ ਹੀ ਰਾਤ ਹੁੰਦੀ ਹੈ। ਹੁਣ ਆਪਾਂ ਗੱਲ ਕਰੀਏ 21 ਜੂਨ ਅਤੇ 22 ਦਸੰਬਰ ਦੀ, ਕਿ ਜਦੋਂ 21 ਜੂਨ ਨੂੰ ਤੁਸੀਂ ਦੇਖਿਆ ਜਿਹੜਾ ਇਹਦਾ ਨਾਰਥ ਪੋਲ ਹੈ, ਯਾਨੀ ਜਿਹੜਾ ਉੱਤਰੀ ਧੁਰ ਹੈ ਇਹ ਸੂਰਜ ਵੱਲ ਝੁਕਿਆ ਹੋਇਆ ਹੈ। ਇਹਦੇ ਨਾਲ ਕੀ ਹੋਊਗਾ ਜਿਹੜਾ ਸੂਰਜ ਦੀਆਂ ਕਿਰਨਾਂ ਇਹ ਜਿਹੜੀ 23.5 ਡਿਗਰੀ ਉੱਪਰ ਹੈਗੀ ਆ ਕਰਕ ਰੇਖਾ। ਠੀਕ ਹੈ, ਇੱਥੇ ਦੀਆਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣਗੀਆਂ, ਜਿਹਦੇ ਨਾਲ ਇੱਥੇ ਸਭ ਤੋਂ ਵੱਡਾ ਯਾਨੀ ਕਿ ਉੱਤਰੀ ਅਰਧਗੋਲੇ ਵਿੱਚ ਸਭ ਤੋਂ ਵੱਡਾ ਦਿਨ ਹੋਊਗਾ, ਸਭ ਤੋਂ ਛੋਟੀ ਰਾਤ ਹੋਊਗੀ। ਠੀਕ ਹੈ, ਇਸ ਦੇ ਉਲਟ ਆਪਾਂ ਗੱਲ ਕਰੀਏ ਇਹ ਦੱਖਣੀ ਅਰਧਗੋਲੇ ਵਿੱਚ ਤਾਂ 21 ਜੂਨ ਨੂੰ ਦੱਖਣੀ ਅਰਧਗੋਲੇ ਵਿੱਚ ਸਭ ਤੋਂ ਵੱਡੀ ਰਾਤ ਹੋਊਗੀ ਅਤੇ ਸਭ ਤੋਂ ਛੋਟਾ ਦਿਨ ਹੋਊਗਾ। ਹੁਣ ਆਪਾਂ ਇੱਧਰ ਦੇਖ ਲੈਂਦੇ ਹਾਂ ਜੀ 22 ਦਸੰਬਰ ਨੂੰ। ਹੁਣ 22 ਦਸੰਬਰ ਨੂੰ ਜਦੋਂ ਦੇਖਿਆ ਤੁਸੀਂ ਜਿਹੜਾ ਉੱਤਰੀ ਧੁਰ ਹੈ ਇਹ ਥੋੜ੍ਹਾ ਜਿਹਾ ਇੱਧਰ ਛਾਂ ਵਾਲੇ ਪਾਸੇ ਯਾਨੀ ਕਿ ਇੱਧਰ ਸਰਦ ਰੁੱਤ ਹੋਊਗੀ, ਅਤੇ ਜਿਹੜਾ ਹੁਣ ਦੇਖਿਆ ਤੁਸੀਂ ਥੱਲੇ ਦੱਖਣੀ ਧੁਰ ਹੈਗਾ। ਠੀਕ ਹੈ, ਇਹਦਾ ਜਿਹੜਾ ਝੁਕਾਅ ਹੈ ਇਹ ਸੂਰਜ ਵੱਲ ਹੈ, ਯਾਨੀ ਕਿ ਇੱਥੇ ਸੂਰਜ ਦੀਆਂ ਕਿਰਨਾਂ ਮਕਰ ਰੇਖਾ 'ਤੇ ਉਸ ਟਾਈਮ ਸਿੱਧੀਆਂ ਪੈਣਗੀਆਂ 22 ਦਸੰਬਰ ਨੂੰ, ਤਾਂ ਇੱਥੇ ਸਭ ਤੋਂ ਵੱਡਾ ਦਿਨ ਹੋਊਗਾ। ਠੀਕ ਹੈ, ਇਹਦੇ ਨਾਲ ਇੱਥੇ ਗਰਮੀ ਦਾ ਸਮਾਂ ਹੋਊਗਾ। ਠੀਕ ਹੈ, ਇਸ ਦੇ ਨਾਲ ਹੀ ਇੱਥੇ 22 ਦਸੰਬਰ ਨੂੰ ਯਾਨੀ ਕਿ ਦੱਖਣੀ ਅਰਧਗੋਲੇ ਸਭ ਤੋਂ ਛੋਟੀ ਰਾਤ ਹੋਊਗੀ। ਇਸ ਦੇ ਆਪਾਂ ਉਲਟ ਗੱਲ ਕਰੀਏ 22 ਦਸੰਬਰ ਨੂੰ ਉੱਤਰੀ ਅਰਧਗੋਲੇ ਵਿੱਚ। ਠੀਕ ਹੈ, ਇੱਥੇ 22 ਦਸੰਬਰ ਨੂੰ ਸਭ ਤੋਂ ਵੱਡੀ ਰਾਤ ਹੋਊਗੀ ਅਤੇ ਸਭ ਤੋਂ ਛੋਟਾ ਦਿਨ ਹੋਊਗਾ। ਉੱਤਰੀ ਅਰਧਗੋਲੇ ਵਿੱਚ ਚੱਲਦੀ ਹਵਾ ਕਿਸ ਪਾਸੇ ਵੱਲ ਮੁੜ ਜਾਂਦੀ ਹੈ? ਸੱਜੇ ਪਾਸੇ ਵੱਲ। ਦੱਖਣੀ ਅਰਧਗੋਲੇ ਵਿੱਚ ਚੱਲਦੀ ਹਵਾ ਕਿਸ ਪਾਸੇ ਵੱਲ ਮੁੜ ਜਾਂਦੀ ਹੈ? ਖੱਬੇ ਪਾਸੇ ਵੱਲ। ਹਾਂਜੀ, ਤੁਸੀਂ ਡਾਇਗਰਾਮ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਭੂ-ਮੱਧ ਰੇਖਾ ਹੈ ਜਿਹੜੀ ਯਾਨੀ ਕਿ ਕਰਕ ਰੇਖਾ ਤੋਂ ਲੈ ਕੇ ਇੱਧਰ ਹੈਗੀ ਮਕਰ ਰੇਖਾ। ਤੁਸੀਂ ਇਹਦੇ ਵਿੱਚ ਦੇਖੋਗੇ ਜਿਹੜੀ ਹਵਾ ਦਾ ਝੁਕਾਅ ਯਾਨੀ ਕਰਕ ਰੇਖਾ ਤੋਂ ਲੈ ਕੇ ਭੂ-ਮੱਧ ਰੇਖਾ ਤੱਕ ਇਹ ਜਿਹੜਾ ਝੁਕਾਅ ਹਵਾ ਦਾ ਇਹ ਚੱਲਦਾ ਜੀ ਉੱਤਰੀ ਅਰਧਗੋਲੇ ਵਿੱਚ ਜਿਹੜਾ ਇਹ ਚੱਲਦਾ ਸੱਜੇ ਪਾਸੇ ਵੱਲ ਨੂੰ, ਅਤੇ ਜਿਹੜਾ ਦੱਖਣੀ ਅਰਧਗੋਲੇ 'ਚ ਇਹ ਜੀ ਜਿਵੇਂ
ਮੱਕਰ ਰੇਖਾ ਤੋਂ ਭੂਮੱਧ ਰੇਖਾ ਵੱਲ ਨੂੰ ਇਹ ਚੱਲਦਾ ਜੀ ਖੱਬੇ ਪਾਸੇ ਵੱਲ ਨੂੰ। ਜੇਕਰ ਤੁਸੀਂ ਵੈਸੇ ਪ੍ਰੈਕਟੀਕਲ ਕਰਕੇ ਦੇਖਣਾ ਚਾਹੋ, ਜੇਕਰ ਕੋਈ ਬੰਦਾ ਹੈ, ਮੰਨ ਲਓ ਤੁਸੀਂ ਇੱਥੇ ਬੰਦਾ ਖੜਾ ਹੈ, ਉਹ ਆਪਣੀ ਉਹਨੇ ਬਾਹਾਂ ਫੈਲਾ ਰੱਖੀਆਂ, ਠੀਕ ਆ, ਯਾਨੀ ਕਿ ਜਿਹੜਾ ਆਹ ਭੂਮੱਧ ਰੇਖਾ ਤੇ ਕਰਕ ਰੇਖਾ ਦੇ ਵਿਚਾਲੇ ਇੱਕ ਬੰਦਾ ਖੜਾ, ਉਹਨੇ ਆਪਣੀਆਂ ਬਾਹਾਂ ਫੈਲਾ ਰੱਖੀਆਂ, ਤਾਂ ਉਹਨੂੰ ਜਿਹੜਾ ਹਵਾ ਦਾ ਦਬਾਅ ਆ ਆਪਣੇ ਸੱਜੇ ਹੱਥ 'ਤੇ ਮਹਿਸੂਸ ਹੋਊਗਾ, ਪਰ ਉਹਦਾ ਫੇਸ ਇੱਧਰ ਹੋਣਾ ਚਾਹੀਦਾ, ਯਾਨੀ ਭੂਮੱਧ ਰੇਖਾ ਵੱਲ ਉਹਦਾ ਫੇਸ ਹੋਣਾ ਚਾਹੀਦਾ, ਤਾਂ ਜਿਹੜਾ ਉਹਨੂੰ ਹਵਾ ਦਾ ਦਬਾਅ ਉਹਨੂੰ ਸੱਜੇ ਹੱਥ ਵੱਲ ਜ਼ਿਆਦਾ ਮਹਿਸੂਸ ਹੋਊਗਾ, ਠੀਕ ਹੈ। ਇਸ ਦੇ ਹੁਣ ਆਪਾਂ ਗੱਲ ਕਰਦੇ ਹਾਂ ਦੱਖਣੀ ਅਰਧ ਗੋਲੇ ਵਿੱਚ। ਜੇ ਕੋਈ ਬੰਦਾ ਭੂਮੱਧ ਰੇਖਾ ਅਤੇ ਮੱਕਰ ਰੇਖਾ ਦੇ ਵਿਚਾਲੇ ਖੜਾ, ਯਾਨੀ ਇਸ ਏਰੀਏ 'ਚ ਖੜਾ ਹੈ, ਜੇ ਉਹ ਆਪਣੀਆਂ ਬਾਹਾਂ ਨੂੰ ਫੈਲਾਉਂਦਾ ਹੈ, ਤਾਂ ਜਿਹੜਾ ਉਹਨੂੰ ਹਵਾ ਦਾ ਦਬਾਅ ਹੈ, ਠੀਕ ਹੈ, ਉਹਦਾ ਫੇਸ ਭੂਮੱਧ ਰੇਖਾ ਵੱਲ ਹੋ, ਅਤੇ ਜਿਹੜਾ ਉਹਦਾ ਫੇਸ ਭੂਮੱਧ ਰੇਖਾ ਵੱਲ ਹੋਣਾ ਚਾਹੀਦਾ। ਅਤੇ ਜਦੋਂ ਆਪਣੀਆਂ ਬਾਹਾਂ ਫੈਲਾਊਗਾ, ਤਾਂ ਜਿਹੜਾ ਉਹਨੂੰ ਹਵਾ ਦਾ ਦਬਾਅ ਉਹ ਖੱਬੇ ਪਾਸੇ ਵਾਲੇ ਹੱਥ ਵੱਲ ਜ਼ਿਆਦਾ ਮਹਿਸੂਸ ਹੋਊਗਾ। ਹਵਾ ਦੇ ਸੱਜੇ ਅਤੇ ਖੱਬੇ ਪਾਸੇ ਮੁੜਨ ਦੀ ਖੋਜ ਕਿਹੜੇ ਵਿਗਿਆਨੀ ਨੇ ਕੀਤੀ? ਇਹ ਕੀਤੀ ਸੀ ਜੀ ਫੈਰਲ ਨੇ। ਧਰਤੀ ਸੂਰਜ ਦੁਆਲੇ ਆਪਣਾ ਇੱਕ ਚੱਕਰ ਕਿੰਨੇ ਦਿਨਾਂ ਵਿੱਚ ਪੂਰਾ ਕਰਦੀ ਹੈ? ਇਹ ਕਰਦੀ ਹੈ ਜੀ 365 ਸਹੀ 1/4 ਦਿਨਾਂ ਵਿੱਚ, ਯਾਨੀ ਕਿ 365 ਦਿਨ 5 ਘੰਟੇ 48 ਮਿੰਟ ਅਤੇ 46 ਸੈਕਿੰਡ ਵਿੱਚ। ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ? ਇਹ ਹੁੰਦੇ ਜੀ 366 ਦਿਨ। ਲੀਪ ਦੇ ਸਾਲ ਵਿੱਚ ਫਰਵਰੀ ਦਾ ਮਹੀਨਾ ਕਿੰਨੇ ਦਿਨਾਂ ਦਾ ਹੁੰਦਾ ਹੈ? 29 ਦਿਨਾਂ ਦਾ। ਲੀਪ ਦਾ ਸਾਲ ਕਿਹੜਾ ਹੁੰਦਾ ਹੈ? ਜਿਹੜੇ ਸਾਲ ਦਾ ਸਨ 4 ਨਾਲ ਪੂਰਾ ਵੰਡਿਆ ਜਾ ਸਕਦਾ ਹੈ, ਉਹ ਲੀਪ ਦਾ ਸਾਲ ਹੁੰਦਾ ਹੈ। ਲੀਪ ਦਾ ਸਾਲ ਕਿੰਨੇ ਸਾਲਾਂ ਬਾਅਦ ਆਉਂਦਾ ਹੈ? ਇਹ ਹਰ 4 ਸਾਲਾਂ ਬਾਅਦ ਆਉਂਦਾ ਹੈ। ਹਾਂਜੀ, ਜਿਹੜੇ ਸਾਰੇ ਕੁਐਸਚਨ ਇਹ ਆਪਾਂ ਨੇ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ 6 ਦੀ ਬੁੱਕ 'ਚੋਂ ਆਪਾਂ 3rd ਲੈਸਨ 'ਚ ਕੀਤੇ ਆ, ਡਿਟੋ ਉਵੇਂ ਕੀਤੇ ਆਪਾਂ। ਹਾਂਜੀ, ਉਮੀਦ ਕਰਦਾ ਤੁਹਾਨੂੰ ਇਹ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਧੰਨਵਾਦ ਜੀ।